ਨਾਨਕ ਦੇ ਕਰ ਹੱਥ ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਨੌਵਾਂ। ਸਾਧੂ ਰਾਮ ਸ਼ਰਨ ਬਿਸਰਾਮਾ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਸਿਮਰੇ ਹਰਿ ਕੋ ਨਾਮਾ। ਰਹਾਉ ਲੋਭ ਮੋਹ ਮਾਇਆ ਮਮਤਾ ਫੁਨ। ਆਓ ਬਿਖਯਨ ਕੀ ਸੇਵਾ। ਹਰਖ ਸੋਗ ਪਰਸੈ ਜਿਹ ਨਾਹਨ। ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਏ ਬਿਖ ਏ ਸਭ। ਤਿਉ ਕੰਚਨ ਅਰ ਪੈਸਾ। ਉਸਤਤ ਨਿੰਦਾ ਏ ਸਮਝਾ ਕੇ। ਲੋਭ ਮੋਹ ਫੁਨ ਤੈਸਾ। ਦੁਖ ਸੁਖ ਏ ਬਾਧੇ ਜਿਹ ਨਾਹਨ। ਤਿਹ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ। ਇਹ ਬਿਦ ਕੋ ਜੋ ਪ੍ਰਾਨੀ। ਦੁਖ ਸੁਖ ਏ ਬਾਧੇ ਜਿਹ ਨਾਹਨ। ਤਿਹ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ। ਇਹ ਬਿਦ ਕੋ ਜੋ ਪ੍ਰਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੁਆਰਾ ਪਵਿੱਤਰ ਬਾਣੀ ਦਾ ਕੀਰਤਨ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਸਾਧ ਸੰਗਤ ਜੀ, ਜਿੱਥੇ ਆਪ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸੀ, ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ।
ਵਿਚਾਰ ਅਧੀਨ ਪਾਵਨ ਸ਼ਬਦ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਇਸ ਪਾਵਨ ਸ਼ਬਦ ਦੇ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆ ਰਸ ਨੂੰ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਅੱਜ ਦਾ ਵਿਚਾਰ ਅਧੀਨ ਪਵਿੱਤਰ ਸ਼ਬਦ ਗੌੜੀ ਰਾਗ ਦੇ ਅੰਦਰ ਦਰਜ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਨੌਵਾਂ। ਸਾਧੂ ਰਾਮ ਸ਼ਰਨ ਬਿਸਰਾਮਾ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰਿ ਕੋ ਨਾਮਾ। ਰਹਾਉ। ਇਸ ਪਵਿੱਤਰ ਸ਼ਬਦ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਂ ਜੀਵਾਂ ਦੇ ਉੱਪਰ ਬਹੁਤ ਵੱਡੀ ਕਿਰਪਾ ਕਰ ਰਹੇ ਨੇ। ਇਸ ਸੰਸਾਰ ਦੇ ਅੰਦਰ ਸਤਿਗੁਰੂ ਦੀ ਰਹਿਮਤ ਸਦਕਾ ਜਦੋਂ ਜੀਵ ਆਉਂਦਾ ਏ ਤੇ ਆਪਾਂ ਵੇਖਦੇ ਹਾਂ ਜੀਵ ਦੇ ਜਨਮ ਦੇ ਨਾਲ ਇੱਕ ਖੁਸ਼ੀ ਘਰ ਵਿੱਚ ਆਉਂਦੀ ਹੈ ਕਿ ਜੀਵ ਸੰਸਾਰ ਤੇ ਆਇਆ ਹੈ। ਪਰ ਸਾਧ ਸੰਗਤ ਜਿਉਂ ਹੀ ਕਿਸੇ ਜੀਵ ਦੇ ਪੈਦਾ ਹੋਣ ਦੀ ਖੁਸ਼ੀ ਹੈ, ਉਵੇਂ ਹੀ ਜੀਵ ਦੇ ਸੰਸਾਰ ਤੋਂ ਜਾਣ ਦਾ ਦੁੱਖ ਵੀ ਨਾਲ ਹੀ ਹੈ। ਤੋ ਜਿਉਂ-ਜਿਉਂ ਜੀਵ ਸੰਸਾਰ ਦੇ ਵਿੱਚ ਵਿਚਰਦਾ ਹੈ, ਗੁਰੂ ਨੇ ਆਖਿਆ ਤਿਉਂ-ਤਿਉਂ ਸੰਸਾਰ ਦੇ ਬੰਧਨਾਂ ਵਿੱਚ ਫਸੀ ਜਾਂਦਾ ਹੈ। ਕਿਉਂਕਿ ਹਰ ਇੱਕ ਚੀਜ਼ ਦੇ ਦੋ ਪੱਖ ਹਨ। ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਹੈ, ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਹੈ, ਜਿੱਥੇ ਉਸਤਤ ਹੋ ਰਹੀ ਹੈ ਉੱਥੇ ਨਿੰਦਿਆ ਵੀ ਨਾਲ ਹੀ ਹੈ, ਜਿੱਥੇ ਵਾਧੇ ਦੀ ਗੱਲ ਹੈ ਉੱਥੇ ਘਾਟੇ ਦੀ ਗੱਲ ਵੀ ਨਾਲ ਹੀ ਹੈ। ਸੋ ਇਹ ਸਾਰੇ ਸੰਸਾਰ ਦੀ ਹਾਲਤ ਹੈ ਤੇ ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਸਮਝਾਇਆ, ਕਹਿੰਦੇ ਸਾਰਾ ਸੰਸਾਰ ਸਾਰਾ ਜਗਤ ਇਹਨਾਂ ਦੋ ਚੀਜ਼ਾਂ ਦੇ ਵਿੱਚ ਫਸਿਆ ਹੋਇਆ। ਕੋਈ ਦੁੱਖ ਵਿੱਚ, ਕੋਈ ਸੁੱਖ ਵਿੱਚ, ਕੋਈ ਖੁਸ਼ੀ ਵਿੱਚ, ਕੋਈ ਗਮੀ ਵਿੱਚ ਹੈ। ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ। ਕੋਈ ਇਹ ਕਹਿੰਦਾ ਕਿ ਮੈਨੂੰ ਵਾਧਾ ਹੋ ਗਿਆ, ਕੋਈ ਕਹਿੰਦਾ ਘਾਟਾ ਪੈ ਗਿਆ। ਸਾਰਾ ਸੰਸਾਰ ਇਹਨਾਂ ਦੇ ਵਿੱਚ ਫਸਿਆ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਇਸ ਸੰਸਾਰ ਦੇ ਅੰਦਰ ਕੋਈ ਵੀ ਬੰਦਾ, ਮਹਾਰਾਜ ਕਹਿਣ ਲੱਗੇ, ਨਿਸ਼ਚਿੰਤ ਨਹੀਂ ਮਿਲੇਗਾ। ਕੋਈ ਵੀ ਬੰਦਾ ਦੁੱਖ ਸੁੱਖ ਤੋਂ, ਖੁਸ਼ੀ ਗਮੀ ਤੋਂ ਨਿਰਲੇਪ ਨਹੀਂ ਮਿਲੇਗਾ। ਬਹੁਤ ਵਿਰਲੇ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਸਦਕਾ ਐਸਾ ਭਾਵ ਬਣ ਜਾਏ ਕਿ ਉਹ ਖੁਸ਼ੀ ਤੇ ਗਮੀ ਵਿੱਚ ਇੱਕ ਸਮਾਨ ਰਹਿਣ, ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝ ਲੈਣ, ਵਾਧੇ ਤੇ ਘਾਟੇ ਨੂੰ ਇੱਕ ਸਮਾਨ ਸਮਝ ਲੈਣ, ਉਸਤਤ ਤੇ ਨਿੰਦਿਆ ਨੂੰ ਇੱਕ ਬਰਾਬਰ ਸਮਝ ਲੈਣ। ਨਹੀਂ ਤੇ ਆਪਾਂ ਸਾਰੇ ਵੇਖਦੇ ਸਾਧ ਸੰਗਤ, ਸਾਡੇ ਉੱਪਰ ਇਹਨਾਂ ਚੀਜ਼ਾਂ ਦਾ ਬੜਾ ਪ੍ਰਭਾਵ ਹੈ। ਜੇ ਮਨੁੱਖ ਦੇ ਜ਼ਿੰਦਗੀ ਵਿੱਚ ਕਿਤੇ ਘਾਟਾ ਪੈ ਜਾਏ ਤੇ ਆਪਾਂ ਵੇਖਦੇ ਮਨੁੱਖ ਸੋਚਦਾ ਕਿ ਹੁਣ ਜ਼ਿੰਦਗੀ ਜਿਉਣ ਦਾ ਕੋਈ ਹੱਜ ਨਹੀਂ ਹੈ। ਕਾਰੋਬਾਰ ਵਿੱਚ ਘਾਟਾ ਪੈ ਜਾਏ ਤੇ ਮਨੁੱਖ ਆਤਮ ਹੱਤਿਆ ਕਰਨ ਤੁਰ ਪੈਂਦਾ ਹੈ।
ਜੇ ਕਿਸੇ ਨੂੰ ਬਿਜ਼ਨਸ ਵਪਾਰ ਦੇ ਵਿੱਚ ਵਾਧਾ ਹੋ ਗਿਆ ਤੇ ਉਹ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਕਹਿੰਦਾ ਮੈਂ ਆਪਣੀ ਸਿਆਣਪ ਦੇ ਨਾਲ ਐਡਾ ਵੱਡਾ ਕਾਰੋਬਾਰ ਖੜਾ ਕਰ ਲਿਆ ਹੈ। ਤੇ ਸਾਧ ਸੰਗਤ ਕਈ ਵਾਰੀ ਬਹੁਤਾ ਧਨ ਆ ਜਾਏ ਤੇ ਫਿਰ ਵੀ ਬੰਦੇ ਦੀ ਮੱਤ ਜਿਹੜੀ ਹੈ ਉਹ ਮਾਰੀ ਜਾਂਦੀ ਹੈ। ਦੁੱਖ ਆ ਜਾਏ ਜ਼ਿੰਦਗੀ ਵਿੱਚ, ਦੁੱਖਾਂ ਤੋਂ ਘਬਰਾ ਕੇ ਲੋਕ ਮੌਤ ਵਾਲੇ ਪਾਸੇ ਮੂੰਹ ਕਰ ਲੈਂਦੇ ਨੇ। ਤੇ ਜੇ ਕਿਤੇ ਸੁੱਖ ਆਇਆ ਜਾਣ ਤੇ ਸੁੱਖਾਂ ਦੇ ਵਿੱਚ ਵੀ ਇੰਨੇ ਜ਼ਿਆਦਾ ਖੀਵੇ ਹੋ ਜਾਂਦੇ ਨੇ, ਸੁੱਖ ਦੇ ਵਿੱਚ ਰੱਬ ਨੂੰ ਹੀ ਭੁੱਲ ਜਾਂਦੇ ਨੇ। ਭਾਵ ਕਹਿਣ ਤੋਂ ਕਿ ਖੁਸ਼ੀਆਂ ਗਮ ਦੁੱਖਾਂ ਸੁੱਖਾਂ ਦੇ ਵਿੱਚ ਉਸਤਤ ਨਿੰਦਿਆ ਦੇ ਵਿੱਚ ਫਸਿਆ ਬੰਦਾ ਪਰਮੇਸ਼ਰ ਦੀ ਬੰਦਗੀ ਤੋਂ ਦੂਰ ਹੋ ਗਿਆ। ਜ਼ਿੰਦਗੀ ਵਿੱਚ ਸੁੱਖ ਨਹੀਂ, ਉਹ ਪਰਮ ਆਨੰਦ ਪ੍ਰਾਪਤ ਨਹੀਂ ਕਰ ਸਕਿਆ ਜਿਸ ਨੂੰ ਪ੍ਰਾਪਤ ਕਰਨਾ ਸੀ। ਤੇ ਮਹਾਰਾਜ ਅੱਜ ਦੇ ਸ਼ਬਦ ਵਿੱਚ ਇਹੋ ਹੀ ਕਿਰਪਾ ਕਰ ਰਹੇ ਨੇ ਕਿ ਜ਼ਿੰਦਗੀ ਵਿੱਚ ਉਹ ਆਨੰਦ, ਉਹ ਖੇੜਾ ਕਿਵੇਂ ਮਿਲੇ, ਵਿੱਚ ਰਹਿ ਕੇ ਮਨੁੱਖ ਜੀਵਨ ਮੁਕਤ ਹੋ ਸਕੇ। ਰਹਾਉ ਦਾ ਬੰਦ ਜਿਹੜਾ ਸ਼ਬਦ ਦਾ ਪਹਿਲਾ ਬੰਦ ਹੈ, ਉਹਦੇ ਵਿੱਚ ਹਜੂਰ ਕਿਰਪਾ ਕਰਦੇ ਸਾਧੋ ਰਾਮ ਸ਼ਰਨ ਬਿਸਰਾਮਾ। ਵਿਸ਼ਰਾਮ ਦਾ ਮਤਲਬ ਹੈ ਬਿਲਕੁਲ ਆਨੰਦ ਵਾਲੀ ਅਵਸਥਾ, ਟਿਕਾ ਵਾਲੀ ਅਵਸਥਾ, ਜਿਹਦੇ ਵਿੱਚ ਕੋਈ ਭੱਜ ਦੌੜ ਨਾ ਹੋਵੇ। ਅਸਲ ਵਿੱਚ ਇਹ ਭੱਜ ਦੌੜ ਕੇਵਲ ਸਰੀਰ ਦੀ ਨਹੀਂ, ਇਹ ਭੱਜ ਦੌੜ ਮਨ ਦੀ ਵੀ ਹੈ। ਕਿਉਂਕਿ ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਕਿ ਮੈਂ ਵਿਸ਼ਰਾਮ ਕਰ ਰਿਹਾ, ਆਰਾਮ ਕਰ ਰਿਹਾ, ਮੰਜੇ ਤੇ ਲੇਟਿਆ ਹੋਇਆ, ਤੇ ਸਰੀਰ ਹੀ ਮੰਜੇ ਤੇ ਪਿਆ ਹੁੰਦਾ, ਮਨ ਪਤਾ ਨਹੀਂ ਕਿੱਥੇ ਕਿੱਥੇ ਘੁੰਮੀ ਜਾਂਦਾ ਹੈ। ਕਹਿਣ ਨੂੰ ਅਸੀਂ ਵਿਸ਼ਰਾਮ ਕਰ ਰਹੇ ਹਾਂ, ਕੇਵਲ ਸਰੀਰ ਹੀ ਬੈੱਡ ਦੇ ਉੱਪਰ ਹੈ, ਮਨ ਨਹੀਂ। ਸਤਿਗੁਰੂ ਨੇ ਆਖਿਆ ਮੈਂ ਤੁਹਾਨੂੰ ਇਹੋ ਜਿਹੀ ਜੁਗਤ ਦੱਸਾਂਗਾ ਜਿਹਦੇ ਨਾਲ ਤੁਸੀਂ ਸੱਚੀ ਮੁੱਚੀ ਵਿਸ਼ਰਾਮ ਕਰੋਗੇ, ਸੱਚੀ ਮੁੱਚੀ ਆਨੰਦ ਵਾਲੀ ਖੇੜੇ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲਵੋਗੇ। ਉਹ ਜੁਗਤ ਕੀ ਹੈ? ਸਾਧੂ ਰਾਮ ਸ਼ਰਨ ਬਿਸਰਾਮਾ। ਕਹਿੰਦੇ ਜੇ ਸੱਚਮੁੱਚ ਟਿਕਾ ਚਾਹੁੰਦੇ ਹੋ, ਸੱਚਮੁੱਚ ਹੀ ਆਨੰਦ ਚਾਹੁੰਦੇ ਹੋ, ਸੱਚਮੁੱਚ ਸਦੀਵੀ ਸੁੱਖ ਚਾਹੁੰਦੇ ਹੋ, ਤੇ ਰਾਮ ਦੀ ਸ਼ਰਨ ਵਿੱਚ ਆ ਜਾਓ, ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ। ਕਹਿੰਦੇ ਫਿਰ ਸੱਚਮੁੱਚ ਸੁੱਖ ਤੇ ਆਨੰਦ ਮਿਲ ਜਾਏਗਾ। ਹੁਣ ਸ਼ਰਨ ਵਿੱਚ ਆਉਣ ਤੋਂ ਕੀ ਭਾਵ ਹੈ? ਸ਼ਰਨ ਵਿੱਚ ਆਉਣ ਤੋਂ ਭਾਵ ਹੈ ਆਪਣੀਆਂ ਚਤਰਾਈਆਂ ਤੇ ਸਿਆਣਪਾਂ ਤੇ ਹਉਮੈ ਨੂੰ ਛੱਡ ਕੇ ਸਦਾ ਪਰਮੇਸ਼ਰ ਦੇ ਆਸਰੇ ਤੇ ਰਹਿਣਾ। ਤੇ ਜਿੰਨੀ ਦੇਰ ਮਨੁੱਖ ਆਪਣੀਆਂ ਸਿਆਣਪਾਂ ਚਤਰਾਈਆਂ ਵਰਤਦਾ ਹੈ, ਉਨੀ ਦੇਰ ਸ਼ਰਨ ਵਿੱਚ ਆ ਨਹੀਂ ਸਕਦਾ। ਉਨੀ ਦੇਰ ਆਪਣੀ ਹਉਮੈ ਨੂੰ ਵੱਡਾ ਜਾਣਦਿਆਂ ਆਪ ਫੈਸਲੇ ਕਰੇਗਾ ਤੇ ਡੁੱਬੇਗਾ। ਤੁਸੀਂ ਕਦੇ ਵੇਖਿਆ ਹੋਵੇਗਾ ਪਾਣੀ ਦੇ ਅੰਦਰ, ਹੁਣ ਪਾਣੀ ਦਾ ਇਹ ਅਸੂਲ ਹੈ, ਜਿਉਂਦੇ ਬੰਦੇ ਨੂੰ ਪਾਣੀ ਡੋਬ ਦਿੰਦਾ ਹੈ, ਜਿਉਂਦੇ ਬੰਦੇ ਨੂੰ ਪਾਣੀ ਡੋਬ ਦਿੰਦਾ ਹੈ। ਤੇ ਜੇ ਬੰਦਾ ਮਰ ਜਾਏ ਤੇ ਪਾਣੀ ਵਿੱਚੋਂ ਤਰਦਾ ਹੋਇਆ ਤੁਹਾਨੂੰ ਨਜ਼ਰ ਆਏਗਾ, ਜਿਉਂਦਾ ਡੁੱਬ ਜਾਂਦਾ, ਤੇ ਜੇ ਮਰਿਆ ਹੋਵੇ ਤੇ ਤੁਹਾਨੂੰ ਤੈਰਦਾ ਹੋਇਆ ਨਜ਼ਰ ਆਏਗਾ। ਬਿਲਕੁਲ ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਇਹ ਜੁਗਤ ਹੈ। ਜੇ ਗੁਰੂ ਦੀ ਸ਼ਰਨ ਵਿੱਚ ਪੈਣਾ ਏ ਤੇ ਆਪਣੀ ਹਉਮੈ ਹੰਗਤਾ ਨੂੰ ਮਾਰ ਕੇ ਗੁਰੂ ਦੀ ਸ਼ਰਨ ਵਿੱਚ ਆਈ, ਫਿਰ ਤੇ ਤਰ ਜਾਏਗਾ। ਤੇ ਜੇ ਹਉਮੈ ਨਾਲ ਭਰਿਆ ਹੋਇਆ, ਹੰਗਤਾ ਨਾਲ ਭਰਿਆ ਹੋਇਆ, ਆਪਣੀ ਸਿਆਣਪ ਤੇ ਹਉਮੈ ਨੂੰ ਵੱਡਾ ਜਾਣਿਆ, ਤੇ ਫਿਰ ਨਹੀਂ ਗੱਲ ਬਣਨੀ। ਜੇ ਸ਼ਰਨ ਵਿੱਚ ਪੈਣਾ ਏ, ਹਉਮੈ ਤੇ ਹੰਕਾਰ ਨੂੰ ਮਾਰ ਕੇ ਆਈ, ਨੀਵਾਂ ਹੋ ਕੇ ਗੁਰੂ ਦੇ ਦਰ ਤੇ ਆਈ, ਤੇ ਗੁਰੂ ਫਿਰ ਕਿਰਪਾ ਕਰਦਾ, ਭਵਜਲ ਸਾਗਰ ਤੋਂ ਪਾਰ ਲਾ ਦਿੰਦਾ, ਤਾਰ ਦਿੰਦਾ ਹੈ। ਇੱਥੇ ਵੀ ਮਹਾਰਾਜ ਕਿਰਪਾ ਕਰ ਰਹੇ ਨੇ, ਸਾਧੂ ਰਾਮ ਸ਼ਰਨ ਬਿਸਰਾਮਾ। ਕਹਿੰਦੇ ਆ ਪ੍ਰਭੂ ਦੀ ਰਾਮ ਦੀ ਸ਼ਰਨ ਵਿੱਚ ਪੈ ਤੇ ਸਦੀਵ ਸੁੱਖ ਮਿਲੇਗਾ, ਟਿਕਾ ਤੇ ਖੇੜੇ ਵਾਲੀ ਅਵਸਥਾ ਪ੍ਰਾਪਤ ਹੋਏਗੀ।
वेद पुराण पढ़े को ए गुण, सिमरे हर को नामा। हजूर कहन लगे मनुख वेद पढ़दा, पुराण पढ़दा है, भाव जिन्ने भी धर्म ग्रंथ ने उन्हां दा असीं पाठ करदे हां, अध्ययन करदे हां। ते इन्हां धर्म ग्रंथां नूं पढ़न दा मकसद की है? महाराज कहन लगे जेकर वेद पुराण भाव धर्म ग्रंथां नूं पढ़ के जे ते मनुख परमेश्वर दी बंदगी विच लिया ते समझ लियो फिर ते इन्हां दे पढ़े दा लाभ है, नहीं ते धर्म ग्रंथ पढ़े दा भी लाभ नहीं। बाबा कबीर साहब दे पावन बचन ने वेद पुराण पढ़े का क्या गुण, खर चंदन जस भारा। ਕਹਿੰਦੇ ਜਿਵੇਂ ਖੋਤੇ ਦੇ ਉੱਪਰ ਚੰਦਨ ਲੱਦਦੀ ਏ ਤੇ ਖੋਤੇ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਕੀਮਤੀ ਚੰਦਨ ਲੱਦਿਆ ਹੋਇਆ ਹੈ, ਖੋਤੇ ਵਾਸਤੇ ਤੇ ਕੇਵਲ ਭਾਰ ਹੀ ਹੈ। ਇਸੇ ਤਰ੍ਹਾਂ ਹਜੂਰ ਕਹਿਣ ਲੱਗੇ ਜੇ ਧਰਮ ਗ੍ਰੰਥ ਪੜ੍ਹੇ ਨੇ, ਭਾਵੇਂ ਬਹੁਤ ਸਾਰੇ ਵੇਦ ਸ਼ਾਸਤਰ ਗ੍ਰੰਥਾਂ ਨੂੰ ਤੁਸੀਂ ਕੰਠ ਕਰ ਲਿਆ, ਜ਼ੁਬਾਨੀ ਯਾਦ ਕਰ ਲਿਆ, ਤੇ ਜੇ ਉਹਨਾਂ ਸਿੱਖਿਆਵਾਂ ਤੇ ਅਮਲ ਨਹੀਂ ਕੀਤਾ, ਜੇ ਉਹਨਾਂ ਦੇ ਵਿੱਚੋਂ ਕੋਈ ਸਿੱਖਿਆ ਜੀਵਨ ਵਿੱਚ ਧਾਰੀ ਨਹੀਂ, ਆਪਣੀਆਂ ਹੀ ਸਿਆਣਪਾਂ ਤੇ ਚਤਰਾਈਆਂ ਵਰਤਦੇ ਰਹੇ, ਤੇ ਫਿਰ ਤੇ ਇੱਕ ਬੋਝ ਹੀ ਸਿਰ ਦੇ ਉੱਪਰ ਲੱਦੀ ਫਿਰਦੇ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ। ਬਾਬਾ ਕਬੀਰ ਸਾਹਿਬ ਨੇ ਆਪਣੇ ਉਹਨਾਂ ਦੇ ਵਕਤ ਦੇ ਜਿਹੜੇ ਉੱਚ ਜਾਤੀ ਲੋਕ ਸਨ, ਧਰਮ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ, ਉਹਨਾਂ ਨੂੰ ਸਤਿਗੁਰੂ ਜੀ ਨੇ ਮੁਖਾਤਬ ਹੋ ਕੇ ਆਖਿਆ, ਭਗਤ ਜੀ ਨੇ ਕਹਿਣ ਲੱਗੇ, ਪੰਡਿਆ ਕਵਣ ਕੁਮਤ ਤੁਮ ਲਾਗੇ, ਡੂਬੋਗੇ ਪਰਿਵਾਰ ਸਕਲ ਸਿਉ ਰਾਮ ਨ ਜਪੋ ਭਾਗੇ ਰਹਾਓ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। राम नाम की गत नहीं जाननी, कैसे उतर सपारा। जी बदो सो धर्म कर थापो, धर्म कहो कत भाई। आपस को मुनवर कर थापो, का को कहो कसाई। माया कारण विद्या बेचो, जन्म बिरथा जाई। कहन लगे भाई सज्जनो, इउं ते गल नहीं बननी। तुसी धर्म ग्रंथां दा अध्ययन कर लिया, धर्म ग्रंथां दे तुसी ज्ञाता हो गए हो, पर ਇਹ ਸਾਰਾ ਗਿਆਨ ਹਾਸਲ ਕਰਕੇ ਜੇ ਤੁਸੀਂ ਸੰਸਾਰ ਦੇ ਭਲੇ ਦਾ ਕੋਈ ਕਾਰਜ ਨਹੀਂ ਕੀਤਾ ਤੇ ਇਹਨਾਂ ਗ੍ਰੰਥਾਂ ਨੂੰ ਪੜ੍ਹੇ ਦਾ ਭੋਰਾ ਵੀ ਲਾਭ ਨਹੀਂ। ਫਿਰ ਤੇ ਇਉਂ ਜਾਣੋ ਜਿਵੇਂ ਖੋਤੇ ਉੱਪਰ ਚੰਦਨ ਲੱਦਿਆ ਹੋਵੇ। ਤੁਸੀਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣਾ ਸ਼ੁਰੂ ਕਰ ਦਿੱਤਾ, ਤਰ੍ਹਾਂ ਤਰ੍ਹਾਂ ਦੀਆਂ ਬਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਬਲੀਆਂ ਦਬਾਉਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਇਉਂ ਪਰਮੇਸ਼ਰ ਖੁਸ਼ ਨਹੀਂ ਹੋਣਾ। ਤੁਸੀਂ ਤੇ ਮਾਇਆ ਦੀ ਖਾਤਰ ਵਿਦਿਆ ਨੂੰ ਵੇਚ ਰਹੇ ਹੋ, ਧਾਰਮਿਕ ਗਿਆਨ ਲੋਕਾਂ ਨੂੰ ਦੇਣ ਦੇ ਲਈ ਬਹੁਤ ਸਾਰੀ ਦਾਨ ਦਕਸ਼ਨਾ ਤੇ ਮਾਇਆ ਭੇਟਾ ਲੈਂਦੇ ਹੋ। ਤੁਸੀਂ ਤੇ ਧੰਦਾ ਬਣਾ ਲਿਆ, ਧਰਮ ਨੂੰ ਧੰਦਾ ਬਣਾ ਲਿਆ। ਤੇ ਕਬੀਰ ਸਾਹਿਬ ਕਹਿਣ ਲੱਗੇ, ਬੂਡੋਗੇ ਪਰਿਵਾਰ ਸਕਲ ਸਿਉ। ਕਹਿੰਦੇ ਸਮੇਤ ਪਰਿਵਾਰ ਡੁੱਬ ਜਾਓਗੇ। ਤੇ ਸਾਧ ਸੰਗਤ ਤੇ ਗੱਲ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ। ਅੱਜ ਆਪਾਂ ਵੇਖਦੇ, ਤੁਸੀਂ ਖਬਰਾਂ ਵੀ ਸੁਣ ਰਹੇ ਹੋ ਰੋਜ਼, ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਚੁੱਕੇ ਨੇ, ਕਿਵੇਂ ਲੋਕਾਂ ਨੇ ਧਰਮ ਨੂੰ ਧੰਦੇ ਦੇ ਵਿੱਚ ਤਬਦੀਲ ਕੀਤਾ ਹੈ, ਕਿਵੇਂ ਧਾਰਮਿਕ ਜਗਤ ਵਿੱਚ ਵੱਡੀਆਂ ਵੱਡੀਆਂ ਨਾਮੀ ਗ੍ਰਾਮੀ ਹਸਤੀਆਂ, ਉਹਨਾਂ ਦੇ ਵੱਡੇ ਵੱਡੇ ਘੁਟਾਲੇ ਤੇ ਘਪਲੇ ਸਾਡੇ ਸਾਹਮਣੇ ਆ ਰਹੇ ਨੇ। ਇਹ ਸਾਰਾ ਕੁਝ ਜਦੋਂ ਵਰਤਦਾ ਵੇਖੀਦੇ ਹਾਂ ਤੇ ਬੜੀ ਨਿਰਾਸ਼ਤਾ ਵੀ ਹੁੰਦੀ ਹੈ ਕਿ ਜੇ ਬਹੁਤ ਵੱਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਵੱਡੇ ਨਾਮੀ ਬੰਦੇ ਧਰਮ ਨੂੰ ਧੰਦਾ ਬਣਾ ਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨਗੇ ਤੇ ਫਿਰ ਆਮ ਬੰਦੇ ਦਾ ਕੀ ਹਾਲ ਹੋਏਗਾ। ਸੋ ਕਬੀਰ ਸਾਹਿਬ ਨੇ ਕਿਸੇ ਵਕਤ ਜਿਹੜੀ ਗੱਲ ਉਸ ਸਮੇਂ ਦੇ ਪੰਡਤਾਂ ਨੂੰ ਸੰਬੋਧਨ ਹੋ ਕੇ ਆਖੀ ਸੀ, ਉਹ ਗੱਲ ਸਾਡੇ ਉੱਪਰ ਵੀ ਅੱਜ ਇਨ ਬਿਨ ਲਾਗੂ ਹੁੰਦੀ ਹੈ। ਅਸੀਂ ਵੀ ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤਾਂ ਤੋਂ ਥੜਕ ਚੁੱਕੇ ਹਾਂ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਧਰਮ ਗ੍ਰੰਥਾਂ ਦਾ ਪਾਠ ਕਰਨਾ, ਉਹਨਾਂ ਦੀ ਵਿਚਾਰ ਕਰਨੀ, ਉਹਨਾਂ ਨੂੰ ਪੜ੍ਹਨਾ, ਕਹਿੰਦੇ ਤਾਂ ਹੀ ਲਾਭਦਾਇਕ ਹੋਏਗਾ
ਤਾਂ ਹੀ ਸੁਖਦਾਈ ਹੋਏਗਾ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਗੁਣ ਦਾ ਅਰਥ ਹੈ ਲਾਭ। ਕਹਿੰਦੇ ਲਾਭ ਤੇ ਤਾਂ ਹੀ ਹੈ ਵੇਦਾਂ ਨੂੰ ਪੜ੍ਹਨ ਦਾ। ਸਿਮਰੇ ਹਰ ਕੋ ਨਾਮਾ, ਕਹਿੰਦੇ ਜੇ ਮਨੁੱਖ ਪਰਮੇਸ਼ਰ ਦਾ ਸਿਮਰਨ ਕਰੇ, ਜੇ ਉਹਦੀ ਬੰਦਗੀ ਵਿੱਚ ਜੁੜ ਜਾਏ, ਤੇ ਤਾਂ ਹੀ ਧਰਮ ਗ੍ਰੰਥਾਂ ਨੂੰ ਪੜ੍ਹੇ ਦਾ ਲਾਭ ਹੈ। ਨਹੀਂ ਤੇ ਗੁਰੂ ਨਾਨਕ ਸਾਹਿਬ ਨੇ ਤੇ ਕਹਿ ਦਿੱਤਾ ਸੀ, ਕਹਿੰਦੇ ਜਿੰਨਾ ਮਰਜ਼ੀ ਪੜ੍ਹੀ ਜਾ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚੱਖਣਾ ਚਾਹ। ਕਹਿੰਦੇ ਚੱਖ ਮਾਰਨ ਵਾਲੀ ਗੱਲ ਹੈ। ਜਿੰਨਾ ਮਰਜ਼ੀ ਪੜ੍ਹੀ ਜਾ, ਬਹੁਤਾ ਪੜ੍ਹਿਆ ਵੀ ਕਿਸੇ ਅਰਥ ਨਹੀਂ ਪੈਣਾ ਜੇ ਤੂੰ ਇੱਕ ਵੀ ਸਿੱਖਿਆ ਜੀਵਨ ਵਿੱਚ ਨਾ ਵਸਾਈ, ਜੇ ਉਹਦੀ ਬੰਦਗੀ ਵਾਲੇ ਪਾਸੇ ਨਾ ਜੁੜ ਸਕਿਆ। ਤੇ ਭਗਤ ਬਾਣੀ ਦੇ ਵਿੱਚ ਭਗਤ ਨਾਮਦੇਵ ਦੇ ਬੜੇ ਪਿਆਰੇ ਬਚਨ ਨੇ। ਭਗਤ ਜੀ ਸਮਝਾਉਂਦੇ ਨੇ ਬਾਣੀ ਦੇ ਅੰਦਰ, ਕਹਿੰਦੇ ਜਿਸ ਇਸਤਰੀ ਦਾ ਨੱਕ ਨਾ ਹੋਵੇ ਤੇ ਹੋਰ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਵੇ, 32 ਜਿਹੜੇ ਲੱਖਣ ਨੇ ਉਹਨਾਂ ਦੇ ਵਿੱਚ ਪੂਰੀ ਹੋਵੇ, ਪਰ ਨੱਕ ਨਾ ਹੋਵੇ। ਨੱਕ ਕਹਿੰਦੇ ਸੋਹਣੀ ਲੱਗੇਗੀ ਭਲਾ। ਹੁਣ ਨੱਕ ਦੇ ਦੋ ਅਰਥ ਨੇ। ਨੱਕ ਦਾ ਅਰਥ ਬੇਇੱਜ਼ਤ ਹੋਣਾ ਵੀ ਹੈ, ਤੇ ਨੱਕ ਜਿਹੜਾ ਸਾਡੇ ਚਿਹਰੇ ਤੇ ਸੁਹੱਪਣ ਦੀ ਨਿਸ਼ਾਨੀ ਵੀ ਹੈ। ਭਗਤ ਸਾਹਿਬਾਨ ਦੇ ਬੜੇ ਪਿਆਰੇ ਬਚਨ ਨੇ। ਕਹਿਣ ਲੱਗੇ ਪਰਮੇਸ਼ਰ ਕਿਹਨਾਂ ਦੇ ਨੇੜੇ ਰਹਿੰਦਾ ਹੈ? ਇਹ ਸਵਾਲ ਸਾਡੇ ਸਾਰਿਆਂ ਵਾਸਤੇ ਹੈ ਕਿ ਕਿਹੜਾ ਮਨੁੱਖ ਰੱਬ ਦੇ ਨੇੜੇ ਹੈ, ਜਾਂ ਰੱਬ ਕਿਹਦੇ ਨੇੜੇ ਰਹਿੰਦਾ ਏ? ਇਸ ਸਵਾਲ ਦਾ ਜਵਾਬ ਭਗਤ ਜੀ ਨੇ ਦਿੱਤਾ, ਪਰ ਦਾਰਾ ਪਰ ਹਰੀ, ਤਾ ਕੇ ਨਿਕਟ ਬਸੇ ਨਰ ਹਰੀ। ਕਹਿੰਦੇ ਪਰ ਧਨ ਪਰ ਦਾਰਾ ਪਰ ਹਰੀ, ਤਾ ਕੇ ਨਿਕਟ ਬਸੇ ਨਰ ਹਰੀ। ਕਹਿੰਦੇ ਰੱਬ ਉਹਦੇ ਨੇੜੇ ਹੈ, ਜਾਂ ਉਹ ਮਨੁੱਖ ਰੱਬ ਦੇ ਨੇੜੇ ਹੋ ਗਿਆ ਜਿਹਨੇ ਆਪਣੇ ਅੰਦਰੋਂ ਪਰਾਇਆ ਧਨ ਤੇ ਪਰਾਇਆ ਤਨ ਇਹ ਵਿਸਾਰ ਦਿੱਤਾ, ਪਾਸੇ ਕਰ ਦਿੱਤੀਆਂ ਚੀਜ਼ਾਂ। ਪਰਾਏ ਧਨ ਦਾ ਮੋਹ ਮਨ ਵਿੱਚੋਂ ਕੱਢ ਦਿੱਤਾ, ਪਰਾਇਆ ਰੂਪ ਤੱਕਣਾ ਛੱਡ ਦਿੱਤਾ। ਇਹ ਦੋ ਚੀਜ਼ਾਂ ਤੇ ਜਿਹਨੇ ਅਮਲ ਕਰ ਲਿਆ, ਸਮਝੋ ਰੱਬ ਦੇ ਨੇੜੇ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾ ਕੇ ਨਿਕਟ ਬਸੇ ਨਰ ਹਰੀ। ਤੇ ਭਗਤ ਜੀ ਕਹਿੰਦੇ ਜੋ ਨਾ ਭਜੰਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰੂੰ ਦਰਸ਼ਨਾ। ਕਹਿੰਦੇ ਜਿਹੜੇ ਨਾਰਾਇਣ ਪਰਮੇਸ਼ਰ ਨੂੰ ਸਿਮਰਦੇ ਨਹੀਂ, ਕਹਿੰਦੇ ਮੈਂ ਇਹੋ ਜਿਹੇ ਮਨੁੱਖਾਂ ਦਾ ਦਰਸ਼ਨ ਨਹੀਂ ਕਰਨਾ ਚਾਹੁੰਦਾ। ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ਼ ਤੈਸੇ ਹੋਏ ਨਰਾ। ਅੰਤਰਾ ਤੋਂ ਭਾਵ ਰੱਬ ਨਾਲੋਂ ਵਿਥ ਪਈ ਹੋਈ ਹੈ। ਜਿਹੜੇ ਪਰਮੇਸ਼ਰ ਦੇ ਚਰਨਾਂ ਤੋਂ ਵਿਛੜੇ ਨੇ, ਦੂਰ ਨੇ, ਕਹਿੰਦੇ ਉਹ ਤੇ ਮਨੁੱਖ ਪਸ਼ੂਆਂ ਦੇ ਸਮਾਨ ਨੇ। ਪ੍ਰਣਵਤ ਨਾਮ ਦੇ ਉਹ ਨਾਕੈ ਬਿਨਾ, ਨਾ ਸੋ ਹੈ 32 ਸੁਲੱਖਣਾ। ਕਹਿੰਦੇ ਜਿਹਦਾ ਨੱਕ ਨਹੀਂ ਉਹਦੇ ਭਾਵੇਂ ਹੋਰ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕੀਤੇ ਹੋਣ, ਉਹ ਜੀਵ ਸ਼ੋਭਾ ਨਹੀਂ ਪਾਉਂਦਾ, ਉਹ ਜੀਵ ਇਸਤਰੀ ਸ਼ੋਭਾ ਨਹੀਂ ਪਾਉਂਦੀ। ਇਸੇ ਤਰ੍ਹਾਂ ਬੰਦਗੀ ਤੋਂ ਬਗੈਰ ਸਾਡੇ ਸਾਰੇ ਹੋਰ ਧਰਮ ਕਰਮ ਕਿਸੇ ਲੇਖੇ ਨਹੀਂ, ਸ਼ੋਭਾ ਨਹੀਂ ਮਿਲੇਗੀ। ਤੇ ਮਹਾਰਾਜ ਕਹਿੰਦੇ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਤੇ ਅਸਲੀ ਮਨੋਰਥ ਇਹੀ ਹੈ ਕਿ ਮਨੁੱਖ ਪਰਮੇਸ਼ਰ ਦੀ ਉਸਤਤ ਵਿੱਚ ਜੁੜ ਸਕੇ, ਉਹਦੀ ਬੰਦਗੀ ਵਿੱਚ ਜੁੜ ਸਕੇ। ਅਗਲੇ ਬੰਦ ਅੰਦਰ ਮਹਾਰਾਜ ਕਿਰਪਾ ਕਰਦੇ, ਲੋਭ ਮੋਹ ਮਾਇਆ ਮਮਤਾ ਫੁਨ, ਆਓ ਬਿਖਿਆਨ ਕੀ ਸੇਵਾ। ਕਹਿੰਦੇ ਜਿਹੜਾ ਮਨੁੱਖ ਲੋਭ ਅਤੇ ਮੋਹ ਦੇ ਵਿੱਚ ਫਸਿਆ ਹੋਇਆ, ਮਾਇਆ ਮਮਤਾ, ਮਮਤਾ ਕਹਿੰਦੇ ਅਪਨੱਤ, ਇਹ ਐਸਾ ਮੋਹ ਹੈ ਜੀਵ ਦੇ ਅੰਦਰ ਕਿ ਜੀਵ ਹਰ ਇੱਕ ਚੀਜ਼ ਨੂੰ ਆਪਣੀ ਬਣਾ ਲੈਣੀ ਚਾਹੁੰਦਾ ਹੈ। ਛੋਟੇ ਛੋਟੇ ਤੁਸੀਂ ਬੱਚੇ ਵੇਖੇ ਹੋਣਗੇ, ਉਹਨਾਂ ਅੰਦਰ ਮੋਹ ਨਹੀਂ ਹੈ। ਉਹਦੇ ਕੋਲ ਕੋਈ ਚੀਜ਼ ਤੁਸੀਂ ਰੱਖ ਦਿਓ, ਭਾਵੇਂ ਚੱਕ ਲਓ, ਕੋਈ ਫਰਕ ਨਹੀਂ ਪੈਂਦਾ ਬੱਚੇ ਨੂੰ। ਪਰ ਤੁਸੀਂ ਨੋਟ ਕਰੋਗੇ ਜਦੋਂ ਬੱਚਾ ਥੋੜਾ ਜਿਹਾ ਸੁਰਤ ਵਾਲਾ ਹੋ ਜਾਏ, ਸਿਆਣਾ ਹੋ ਜਾਏ,
ਤੇ ਉਹਦੇ ਹੱਥੋਂ ਤੁਸੀਂ ਕੋਈ ਚੀਜ਼ ਲੈਣ ਦਾ ਖੋਹਣ ਦਾ ਯਤਨ ਕਰੋਗੇ, ਦਿੰਦਾ ਨਹੀਂ। ਛੋਟੇ ਬੱਚੇ ਦੇ ਸਾਹਮਣੇ ਕੋਈ ਹੋਰ ਦੂਜਾ ਬੱਚਾ ਆ ਗਿਆ, ਹੁਣ ਬੱਚੇ ਨੇ ਕੀ ਕੋਸ਼ਿਸ਼ ਕੀਤੀ, ਜਿਹੜੇ ਸਾਹਮਣੇ ਵਾਲੇ ਬੱਚੇ ਕੋਲ ਚੀਜ਼ ਹੈ ਨਾ, ਇਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਚੀਜ਼ ਵੀ ਤੁਸੀਂ ਮੈਨੂੰ ਦੇ ਦਿਓ, ਜਾਂ ਉਹਦੇ ਕੋਲੋਂ ਵੀ ਮੈਂ ਖੋਹ ਕੇ ਆਪਣੇ ਕੋਲ ਪ੍ਰਾਪਤ ਕਰ ਲਵਾਂ। ਇੱਕ ਬੱਚੇ ਦੇ ਅੰਦਰ ਬਿਲਕੁਲ ਪਹਿਲਾਂ ਮੋਹ ਤੇ ਮਮਤਾ ਨਹੀਂ ਸੀ। ਕੋਈ ਰਿਸ਼ਤੇਦਾਰ ਆਇਆ, ਬੱਚੇ ਨੂੰ 100-500 ਦਾ ਨੋਟ ਫੜਾਇਆ, ਉਹਨੇ ਜਾਣ ਲੱਗਿਆਂ ਨੇ ਬੱਚੇ ਨੂੰ ਪੈਸਿਆਂ ਨੂੰ ਹੱਥ ਹੀ ਨਹੀਂ ਲਾਇਆ। ਉਹਨੂੰ ਪਤਾ ਨਹੀਂ ਕਿ ਪੈਸੇ, ਪਰ ਤੁਸੀਂ ਵੇਖੋਗੇ ਜਿਵੇਂ ਜਿਵੇਂ ਉਹਨੂੰ ਸੋਝੀ ਆ ਰਹੀ, ਸਮਝ ਆ ਰਹੀ ਹੈ, ਤਿਉਂ-ਤਿਉਂ ਉਹਦੀ ਪਕੜ ਬਣਦੀ ਜਾ ਰਹੀ ਹੈ। ਹੁਣ ਬੱਚਾ ਪੈਸੇ ਰੁਪਏ ਵੀ ਹੱਥ ਵਿੱਚ ਪਕੜ ਲੈਂਦਾ ਹੈ। ਸਾਹਮਣੇ ਵਾਲੇ ਬੱਚਿਆਂ ਕੋਲੇ ਖਿਡੌਣੇ ਵੇਖੇ ਤੇ ਉਹ ਵੀ ਚਾਹੁੰਦਾ ਫੜ ਕੇ ਮੈਨੂੰ ਦੇ ਦਿਓ। ਆਪਣੀ ਚੀਜ਼ ਕਿਸੇ ਨੂੰ ਦਿੰਦਾ ਨਹੀਂ ਤੇ ਦੂਜਿਆਂ ਦੀਆਂ ਚੀਜ਼ਾਂ ਵੀ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਸਾਧ ਸੰਗਤ ਇਸੇ ਤਰ੍ਹਾਂ ਜਿਉਂ-ਜਿਉਂ ਮਨੁੱਖ ਵੱਡਾ ਹੁੰਦਾ ਜਾਂਦਾ, ਉਮਰ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਇਹ ਅਪਨੱਤ ਮਾਇਆ ਦੀ ਪਕੜ ਵੱਧਦੀ ਜਾਂਦੀ ਹੈ। ਤੇ ਮਹਾਰਾਜ ਇੱਥੇ ਕਹਿੰਦੇ ਨੇ, ਲੋਭ ਮੋਹ ਮਾਇਆ ਮਮਤਾ ਫੁਨ ਆਓ ਵਿਖਿਆਣ ਕੀ ਸੇਵਾ। ਕਹਿੰਦੇ ਜਿੱਥੇ ਲੋਭ ਦੇ ਵਿੱਚ ਫਸਿਆ ਹੋਇਆ ਹੈ, ਮੋਹ ਦੇ ਵਿੱਚ ਫਸਿਆ ਹੋਇਆ ਹੈ, ਉਥੇ ਮਾਇਆ ਦੀ ਮਮਤਾ ਵੀ ਹੈ, ਅਪਨੱਤ ਵੀ ਕਿ ਸਾਰਾ ਕੁਝ ਮੈਂ ਪ੍ਰਾਪਤ ਕਰ ਲਵਾਂ। ਆਓ ਵਿਖਿਆਣ ਕੀ ਸੇਵਾ। ਸੇਵਾ ਦਾ ਅਰਥ ਕੀਤਾ ਸੇਵਨ ਕਰਨਾ, ਭਾਵ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿਣਾ, ਬਦੀਆਂ ਦੇ ਖਿਆਲ ਸਦਾ ਚਿਤਵਦੇ ਰਹਿਣਾ। ਕਹਿੰਦੇ ਜਿਹੜਾ ਮਨੁੱਖ ਹੁਣ ਲੋਭ ਦੇ ਵਿੱਚ ਫਸਿਆ ਹੋਇਆ ਹੈ, ਮੋਹ ਦੇ ਵਿੱਚ ਫਸਿਆ ਹੋਇਆ ਹੈ, ਮਾਇਆ ਮਮਤਾ ਜਿਹਨੂੰ ਲੱਗ ਗਈ, ਵਿਸ਼ੇ ਵਿਕਾਰਾਂ ਦੀ ਸੇਵਾ ਵਿੱਚ ਲੱਗਿਆ ਹੋਇਆ, ਕਹਿੰਦੇ ਉਹ ਮਨੁੱਖ ਹੁਣ ਪਰਮੇਸ਼ਰ ਨੂੰ ਕਿਵੇਂ ਯਾਦ ਕਰੇਗਾ, ਦੀ ਬੰਦਗੀ ਕਿਵੇਂ ਕਰੇਗਾ, ਜਿਹਨੂੰ 24 ਘੰਟੇ ਅੱਠੇ ਪੈਰ ਮਾਇਆ ਵਿਆਪਦੀ ਹੈ, ਜਿਹਨੂੰ ਅੱਠੇ ਪੈਰ ਦੁਨਿਆਵੀ ਰਸਾਂ ਕਸਾਂ ਦੀ ਭੁੱਖ ਲੱਗੀ ਹੋਈ ਹੈ, ਉਹ ਰੱਬ ਦੀ ਬੰਦਗੀ ਵਾਲੇ ਪਾਸੇ ਜੋੜ ਹੀ ਨਹੀਂ ਸਕਦਾ। ਹਰਖ ਸੋਗ ਪਰਸੇ ਜਿਹ ਨਾਹਨ, ਸੋ ਮੂਰਤ ਹੈ ਦੇਵਾ। ਤੇ ਮਹਾਰਾਜ ਅਗਲੇ ਬੰਦ ਵਿੱਚ ਕਹਿੰਦੇ ਨੇ, ਸੋਗ ਪਰਸੇ ਜਿਹ ਨਾਹਨ। ਸੋਗ ਕਹਿੰਦੇ ਨੇ ਗਮੀ ਨੂੰ ਤੇ ਹਰਖ ਕਹਿੰਦੇ ਖੁਸ਼ੀ ਨੂੰ। ਪਰਸੇ ਦਾ ਅਰਥ ਹੈ ਸਪਰਸ਼ ਕਰਨਾ। ਸਪਰਸ਼ ਕਰਨ ਤੋਂ ਭਾਵ ਹੈ ਅਸਰ ਵਿਖਾਉਣਾ, ਕਿਉਂਕਿ ਸਾਡੇ ਜੀਵਨ ਦੇ ਵਿੱਚ ਹੀ ਆਪਾਂ ਵੇਖਦੇ ਨਾ ਚੀਜ਼ਾਂ ਦਾ ਅਸਰ ਹੈ। ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਹੈ, ਜੇ ਸਾਡੇ ਜੀਵਨ ਵਿੱਚ ਖੁਸ਼ੀ ਹੋਵੇ ਤੇ ਉਹਦਾ ਅਸਰ ਸਾਡੇ ਉੱਪਰ ਹੁੰਦਾ ਹੈ। ਸਾਡਾ ਉੱਠਣਾ ਬੈਠਣਾ ਬੋਲਣਾ ਖਾਣਾ ਪੀਣਾ ਬਦਲ ਜਾਂਦਾ ਖੁਸ਼ੀ ਦੇ ਵਿੱਚ। ਤੇ ਜੇ ਦੁੱਖ ਹੋਵੇ ਤੇ ਦੁੱਖ ਦਾ ਅਸਰ ਵੀ ਸਾਡੇ ਉੱਪਰ ਹੁੰਦਾ, ਸਾਡੀ ਤੋਰ ਬਦਲ ਜਾਏਗੀ, ਸਾਡਾ ਖਾਣਾ ਪੀਣਾ ਬੋਲ ਚਾਲ ਤੇ ਸਾਡੇ ਕੱਪੜੇ ਵੀ ਬਦਲ ਜਾਣਗੇ। ਕਿਤੇ ਦੁੱਖ ਦੇ ਸਮੇਂ ਖੁਸ਼ੀ ਦੇ ਸਮੇਂ ਵੇਖੋ ਕਿੰਨਾ ਫਰਕ ਪੈਂਦਾ ਸਾਡੇ ਜ਼ਿੰਦਗੀ ਦੇ ਉੱਪਰ। ਸਾਡਾ ਤੌਰ ਤਰੀਕਾ ਬਦਲ ਜਾਂਦਾ ਜ਼ਿੰਦਗੀ ਜਿਉਣ ਦਾ। ਮਹਾਰਾਜ ਕਹਿੰਦੇ ਐਸਾ ਮਨੁੱਖ ਹਰਖ ਸਪਰਸ਼ ਜਹਨ, ਕਹਿੰਦੇ ਖੁਸ਼ੀ ਹੈ ਤੇ ਗਮੀ ਜਿਹਨੂੰ ਸਪਰਸ਼ ਵੀ ਨਹੀਂ ਕਰ ਸਕਦੀ, ਭਾਵ ਜਿਹਦੇ ਉੱਪਰ ਕੋਈ ਫਰਕ ਨਹੀਂ ਪੈਂਦਾ। ਦੁੱਖ ਹੈ ਤੇ ਤਾਂ ਵੀ ਦੁੱਖ ਵਿੱਚ ਨਿਰਲੇਪ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਮਨੁੱਖ ਜੁੜਿਆ ਹੋਇਆ ਹੈ। ਖੁਸ਼ੀ ਹੈ ਤੇ ਖੁਸ਼ੀ ਦੇ ਵਿੱਚ ਵੀ ਨਿਰਲੇਪ ਹੀ ਹੈ, ਅਕਾਲ ਪੁਰਖ ਦੇ ਸ਼ੁਕਰ ਵਿੱਚ ਜੁੜਿਆ ਹੋਇਆ ਹੈ। ਇਹ ਨਹੀਂ ਕਿ ਖੁਸ਼ੀ ਆ ਗਈ ਤੇ ਰੱਬ ਵਿਸਰ ਗਿਆ। ਪਰ ਹੁੰਦਾ ਇਸੇ ਤਰ੍ਹਾਂ ਹੀ ਸਾਧ ਸੰਗਤ, ਜਦੋਂ ਬਹੁਤੀਆਂ ਖੁਸ਼ੀਆਂ ਘਰ ਵਿੱਚ ਆ ਜਾਣ ਤੇ ਸਾਡੇ ਸਾਰਿਆਂ ਦੀ ਹਾਲਤ ਤੇ ਸਾਨੂੰ ਰੱਬ ਭੁੱਲਿਆ ਹੁੰਦਾ, ਰੱਬ ਚੇਤੇ ਨਹੀਂ ਹੁੰਦਾ। ਘਰ ਵਿੱਚ ਖੁਸ਼ੀ ਹੋਵੇ ਤੇ ਅਸੀਂ ਸਾਧ ਸੰਗਤ ਗੁਰੂ ਨੂੰ ਵੀ ਚੇਤਾ, ਗੁਰੂ ਦਾ ਚੇਤਾ ਵੀ ਭੁਲਾ ਦਿੰਦੇ ਆ। ਤੁਸੀਂ ਵੇਖੋ
घर विच विआह होवे ना, जिस दिन पहले दिन विआह दा कारज आरंभ होना सी, घर विच पाठ रखवाया बंदे ने ते शरधा बड़ी सी, बड़ी शरधा दे नाल घरे तैयारी कीती, सारी तैयारी करके अपने हत्थीं आप गुरु ग्रंथ साहिब दे सरूप लैण वास्ते गुरुद्वारा साहिब बंदा जांदा है ते विआह दा कारज संपूर्ण हो गया, अरदास हो गई, रिश्तेदार आए ने ते जदों हुण सतगुरां दे सरूप करो विदा होने ने ना, घर दे मुखी बंदे नूं ग्रंथी सिंह आवाज मारदा कि आओ गुरमुख प्यारिओ, गुरु ग्रंथ साहिब दे पावन सरूप गुरुद्वारा साहिब लैके चलीए। ते घर दे मुखी मैंबर कहणगे इत्थों 2-4 रिश्तेदारां नूं लै जाओ, साडे कोल टाइम नहीं है, असीं रिश्तेदार अटेंड करने ने। निक्के निक्के नियाणिਆਂ ते गवांढियां नूं ਤੋਰ देणगे भी तुसीं हुण गुरु साहिब नूं विदा करिओ, गुरुद्वारा साहिब लै जाओ। ये हालत साडी है। खुशियां आ गईयां घर विच, कारज रास हो गए ते गुरु विसर गया, रब भुल गया। महाराज कहंदे भावें खुशी है ते भावें गमी दा समा होवे, ਜਿਹੜਾ ਇੱਕ ਸਮਾਨ ਰਹਿੰਦਾ ਹੈ, ਭਾਵ ਗੁਰੂ ਨੂੰ ਵਿਸਾਰਦਾ ਨਹੀਂ, ਗੁਰੂ ਕੇ ਚਰਨਾਂ ਨਾਲ ਜੁੜਿਆ ਹੋਇਆ ਏ। ਸੋ ਮੂਰਤ ਹੈ ਦੇਵਾ, ਦੇਵਾ ਤੋਂ ਭਾਵ ਪਰਮੇਸ਼ਰ ਦਾ ਰੂਪ ਹੋ ਜਾਣਾ। ਕਹਿੰਦੇ ਅਸਲ ਵਿੱਚ ਉਹ ਮਨੁੱਖ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ त्यों कंचन अर पैसा। हुण जेड़ा मनुख परमेश्वर दी शरण पै गया, जेड़ा खुशी ते गमी विच एक समान रहिंदा है, महाराज कहंदे ओनू कदे किसे स्वर्ग दी लालसा नहीं मन विच पैदा हुई ते ना ही कदे नरक तो घबराया है। वो स्वर्ग नरक तो भी उपर उठ गया, क्योंकि उसकी सुरत सदा गुरु चरणों नाल जुड़ी हुई है। अमृत बिख ओदे वास्ते जहर ते अमृत एक समान है, भाव ओदी जिंदगी विच हुण कोई फर्क नहीं पैंदा। ओदी जिंदगी विच इन्ना कु टका आ गया, इन्ना कु सबर आ गया, एक समान है। ते अगे कहंदे ने त्यों कंचन अर पैसा। कंचन कहंदे सोने नूं ते पैसा शब्द वरत्या तांबे वास्ते। पुराने समयां विच तांबे दे जिहड़े सिक्के हुंदे सन, उहदे विच मोरी कीती हुंदी सी, तांबे दे सिक्के पैसे। कहंदे ओहदे वास्ते तांबा अते कंचन भाव सोना एक समान है, कोई फर्क नहीं पैंदा, इक्को जी अवस्था उहदे जीवन दी बनी हुई है। उस्तत निंदा ए समझा के लोभ मोह फुन तैसा। कहंदे उहदे जीवन विच स्थिरता आ गई है, ऐसा टका जीवन विच आ गया। कहंदे हुण ओहदी भावें कोई उस्तत करी जाए ते भावें निंदिया करी जाए, उहनूं कोई फर्क नहीं है, कोई फर्क नहीं पैंदा। प्रसाद संग ते गल्लां कहण नूं बड़ियां सौखियां ने। महाराज कहंदे सुख दुख दोनों सम कर जाने और मान अपमाना। हरक सोग ते रहे अतीता तिन जग तत पछाना। उस्तत निंदा दो त्यागै खोजै पद निर्बाना। जन नानक ए खेल कठिन है किन्हू गुरमुख जाना। ये खेड़ एडी सौखी नहीं है, उस्तत निंदा नूं बराबर समझ लैण। Ah